100 ਸਾਖੀ यानी कि 100 कहानियां ਇਹ ਸਿਰਫ ਇੱਕ ਕਿਤਾਬ ਦਾ ਨਾਂ ਨਹੀਂ ਬਲਕਿ ਇੱਕ ਬਹੁਤ ਹੀ ਦਿਲਚਸਪ ਅਤੇ ਗੁੰਝਲਦਾਰ ਇਤਿਹਾਸਿਕ ਲਿਖਤ ਹੈ। ਆਓ ਅੱਜ ਇਸ ਦੇ ਪੰਨਿਆਂ ਨੂੰ ਫਰੋਲਦੇ ਹਾਂ। ਜ਼ਰਾ ਸੋਚੋ ਕੀ ਹੋਵੇ ਜੇ ਇੱਕ ਕਿਤਾਬ ਕਿਸੇ ਦੇ ਸਭ ਤੋਂ ਹਨੇਰੇ ਸਭ ਤੋਂ ਔਖੇ ਸਮੇਂ ਵਿੱਚ ਆ ਕੇ ਜਿੱਤ ਦਾ ਪੱਕਾ ਵਾਅਦਾ ਕਰੇ। ਇਹ ਸਿਰਫ ਕੋਈ ਖਿਆਲੀ ਸਵਾਲ ਨਹੀਂ ਹੈ ਬਲਕਿ ਇਹ ਉਹ ਉਮੀਦ ਹੈ, ਉਹ ਭਰੋਸਾ ਹੈ ਜਿਸ ਦੇ ਦੁਆਲੇ 100 ਸਾਖੀ ਬੁਣੀ ਗਈ ਸੀ। ਤਾਂ ਫਿਰ ਇਹ 100 ਸਾਖੀ ਹੈ ਕੀ? ਜਿਵੇਂ ਨਾਂ ਤੋਂ ਹੀ ਪਤਾ ਲੱਗਦਾ ਹੈ 100 ਕਹਾਣੀਆਂ। ਇਹ ਇੱਕ ਬਹੁਤ ਹੀ ਮਹੱਤਵਪੂਰਨ ਸਿੱਖ ਗ੍ਰੰਥ ਹੈ ਜਿਸ ਵਿੱਚ ਭਵਿੱਖਬਾਣੀਆਂ ਦਰਜ ਹਨ ਤੇ ਇਹ ਲਿਖਿਆ ਗਿਆ ਸੀ ਇੱਕ ਬਹੁਤ ਹੀ ਵੱਡੇ ਸੰਕਟ ਦੇ ਦੌਰ ਵਿੱਚ। ਇਹ ਇਤਿਹਾਸ, ਰੂਹਾਨੀਅਤ ਤੇ ਭਵਿੱਖ ਦੀਆਂ ਉਮੀਦਾਂ ਦਾ ਸਮਝੋ ਇੱਕ ਸੰਗਮ ਹੈ। ਚਲੋ ਫਿਰ ਇਸ ਦੀ ਪਹਿਲੀ ਪਰਤ ਨੂੰ ਖੋਲਦੇ ਹਾਂ। ਇਹ ਕਿਉਂ ਇੱਕ ਭਵਿੱਖਬਾਣੀ ਦਾ ਗ੍ਰੰਥ ਮੰਨਿਆ ਜਾਂਦਾ ਹੈ? ਦੇਖੋ, ਉਸ ਵੇਲੇ ਸਿੱਖ ਭਾਈਚਾਰਾ ਬਹੁਤ ਜ਼ਿਆਦਾ ਜ਼ੁਲਮ ਦਾ ਸਾਹਮਣਾ ਕਰ ਰਿਹਾ ਸੀ। ਅਜਿਹੇ ਮਾਹੌਲ ਵਿੱਚ ਇਸ ਗ੍ਰੰਥ ਨੇ ਇੱਕ ਜੇਤੂ ਭਵਿੱਖ ਦਾ ਸੁਪਨਾ ਦਿਖਾਇਆ। ਇਹ ਸਿਰਫ ਕਹਾਣੀਆਂ ਨਹੀਂ ਸਨ, ਇਹ ਤਾਂ ਇੱਕ ਭਰੋਸਾ ਸੀ ਕਿ ਚਾਹੇ ਅੱਜ ਜਿੰਨਾ ਮਰਜ਼ੀ ਔਖਾ ਸਮਾਂ ਹੋਵੇ, ਜਿੱਤ ਆਖਰ ਸੱਚ ਦੀ ਹੋਵੇਗੀ। ਪਰ ਇਹ ਸੰਕਟ ਸੀ ਕਿਹੋ ਜਿਹਾ? ਇਸ ਗ੍ਰੰਥ ਦੀ ਲੋੜ ਕਿਉਂ ਪਈ? ਇਸ ਨੂੰ ਸਮਝਣ ਲਈ ਸਾਨੂੰ ਇਤਿਹਾਸ ਦੇ ਉਸ ਦੌਰ ਵਿੱਚ ਜਾਣਾ ਪਵੇਗਾ। 18ਵੀਂ ਸਦੀ ਸਿੱਖ ਇਤਿਹਾਸ ਵਿੱਚ ਇੱਕ ਵੱਡੀ ਉਥਲ-ਪੁਥਲ ਦਾ ਸਮਾਂ ਸੀ। 1699 ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ। ਫਿਰ 1708 ਵਿੱਚ ਗੁਰੂ ਸਾਹਿਬ ਜੋਤੀ-ਜੋਤ ਸਮਾ ਗਏ ਅਤੇ ਖਾਲਸੇ ਨੂੰ ਅਗਵਾਈ ਦੇ ਗਏ। ਇਸ ਤੋਂ ਬਾਅਦ 1716 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਹੋਈ, ਜਿਸ ਨਾਲ ਇੱਕ ਵੱਡਾ ਖਲਾਅ ਪੈਦਾ ਹੋ ਗਿਆ। ਤੇ ਬਸ ਇਸ ਤੋਂ ਬਾਅਦ ਮੁਗਲ ਹਕੂਮਤ ਵੱਲੋਂ ਸਿੱਖਾਂ ਤੇ ਜ਼ੁਲਮਾਂ ਦਾ ਇੱਕ ਭਿਆਨਕ ਦੌਰ ਸ਼ੁਰੂ ਹੋਇਆ। ਸੱਚੀ ਇਹ ਬਹੁਤ ਹੀ ਔਖਾ ਸਮਾਂ ਸੀ। ਤੇ ਜਿਵੇਂ ਕਿਹਾ ਜਾਂਦਾ ਹੈ, ਇਸ ਔਖੇ ਮਾਹੌਲ ਵਿੱਚ ਹੀ 100 ਸਾਖੀ ਉਭਰੀ ਤਾਂ ਜੋ ਲੋਕਾਂ ਨੂੰ ਅਧਿਆਤਮਿਕ ਦਿਲਾਸਾ ਮਿਲ ਸਕੇ। ਮਤਲਬ ਕਿ ਇਹ ਗ੍ਰੰਥ ਸਿੱਧਾ ਉਸ ਦੌੜ ਦੀ ਲੋੜ ਵਿੱਚੋਂ ਪੈਦਾ ਹੋਇਆ ਸੀ, ਇੱਕ ਉਮੀਦ ਦੀ ਕਿਰਨ ਬਣ ਕੇ। ਤਾਂ ਸਵਾਲ ਇਹ ਹੈ ਕਿ ਆਖਿਰ ਇਸ ਗ੍ਰੰਥ ਵਿੱਚ ਅਜਿਹਾ ਕੀ ਸੀ ਜਿਸ ਨੇ ਲੋਕਾਂ ਦੇ ਅੰਦਰ ਇੰਨੀ ਹਿੰਮਤ ਭਰ ਦਿੱਤੀ? ਆਓ ਦੇਖੀਏ ਇਸ ਦੇ ਅੰਦਰ ਛੁਪੇ ਸਿੱਖ ਪ੍ਰਭੂਸੱਤਾ ਦੇ ਦ੍ਰਿਸ਼ਾਂ ਨੂੰ। ਵੇਖੋ, 100 ਸਾਖੀ ਦੇ ਮੁੱਖ ਵਿਸ਼ੇ ਬਹੁਤ ਸਪਸ਼ਟ ਸਨ। ਇਸ ਵਿੱਚ ਖਾਲਸਾ ਰਾਜ ਯਾਨੀ ਸਿੱਖਾਂ ਦੇ ਆਪਣੇ ਰਾਜ ਦੀਆਂ ਭਵਿੱਖਬਾਣੀਆਂ ਸਨ। ਨਾਲ ਹੀ ਇਸ ਵਿੱਚ ਬਹਾਦਰੀ, ਜੰਗਾਂ ਤੇ ਕੁਰਬਾਨੀਆਂ ਦੀਆਂ ਕਹਾਣੀਆਂ ਸਨ। ਇੱਥੋਂ ਤੱਕ ਕਿ ਰੱਬੀ ਮਦਦ ਤੇ ਚਮਤਕਾਰਾਂ ਦੀਆਂ ਗੱਲਾਂ ਵੀ ਸਨ। ਤੇ ਸਭ ਕੁਝ ਨਿਆਂ ਅਤੇ ਹਿੰਮਤ ਦੀਆਂ ਨੈਤਿਕ ਸਿੱਖਿਆਵਾਂ ਨਾਲ ਜੁੜਿਆ ਹੋਇਆ ਸੀ। ਯਾਨੀ ਇਹ ਇੱਕ ਪੂਰਾ ਪੈਕੇਜ ਸੀ ਜੋ ਡਿੱਗਦੇ ਹੋਏ ਹੌਸਲਿਆਂ ਨੂੰ ਚੁੱਕਣ ਲਈ ਕਾਫੀ ਸੀ। ਪਰ ਸਭ ਤੋਂ ਵੱਡੀ ਤੇ ਸਭ ਤੋਂ ਤਾਕਤਵਰ ਗੱਲ ਸੀ ਖਾਲਸੇ ਦੀ ਆਖਰੀ ਜਿੱਤ ਦੀ ਭਵਿੱਖਬਾਣੀ। ਇੱਕ ਪੱਕਾ ਵਾਅਦਾ ਕਿ ਭਾਵੇਂ ਕੁਝ ਵੀ ਹੋ ਜਾਵੇ, ਅੰਤ ਵਿੱਚ ਰਾਜ ਖਾਲਸੇ ਦਾ ਹੀ ਹੋਵੇਗਾ, ਇੱਕ ਨਿਆਂ ਵਾਲਾ ਰਾਜ ਸਥਾਪਿਤ ਹੋਵੇਗਾ। ਤਾਂ ਸਮਝ ਸਕਦੇ ਹਾਂ ਕਿ ਇਹ ਉਸ ਵੇਲੇ ਇੱਕ ਅਟੁੱਟ ਉਮੀਦ ਦਾ ਕਿੰਨਾ ਵੱਡਾ ਸਰੋਤ ਬਣਿਆ ਹੋਵੇਗਾ। ਪਰ ਨਾਲ ਦੀ ਨਾਲ ਹੀ ਇਹ ਇੱਕ ਬਹੁਤ ਤਿੱਖੀ ਬਹਿਸ ਦਾ ਕਾਰਨ ਵੀ ਬਣਿਆ। ਤੇ ਬਸ ਇੱਥੋਂ ਹੀ ਕਹਾਣੀ ਇੱਕ ਨਵਾਂ ਅਤੇ ਗੁੰਝਲਦਾਰ ਮੋੜ ਲੈਂਦੀ ਹੈ। ਤੇ ਇਹੀ ਗੁੰਝਲਦਾਰ ਮੋੜ ਸਾਨੂੰ ਸਾਡੇ ਅਗਲੇ ਹਿੱਸੇ ਵੱਲ ਲੈ ਕੇ ਜਾਂਦਾ ਹੈ। ਇੱਕ ਕਹਾਣੀ ਪਰ ਉਸ ਦੇ ਰੂਪ ਕਈ। ਹੁਣ ਸਭ ਤੋਂ ਵੱਡਾ ਸਵਾਲ ਇਹੀ ਉੱਠਦਾ ਹੈ ਕਿ ਇੱਕੋ ਗ੍ਰੰਥ ਦੇ ਇੰਨੇ ਵੱਖ-ਵੱਖ ਸੰਸਕਰਣ ਜਾਂ ਰੂਪ ਕਿਉਂ ਮਿਲਦੇ ਹਨ? ਕਿਉਂ 100 ਸਾਖੀ ਦਾ ਕੋਈ ਇੱਕ ਪੱਕਾ ਰੂਪ ਨਹੀਂ ਹੈ? ਅਸਲ ਵਿੱਚ ਇਸ ਗ੍ਰੰਥ ਦੀ ਵਿਆਖਿਆ ਸਮੇਂ-ਸਮੇਂ ਤੇ ਬਦਲਦੀ ਰਹੀ। ਜੋ ਆਮ ਸੰਸਕਰਣ ਹੈ ਉਹ ਭਵਿੱਖਬਾਣੀਆਂ ਨੂੰ ਜ਼ਿਆਦਾਤਰ ਪ੍ਰਤੀਕਾਤਮਕ ਯਾਨੀ ਕਿ ਸਿੰਬੋਲਿਕ ਮੰਨਦਾ ਹੈ। ਦੂਜੇ ਪਾਸੇ ਨਾਮਧਾਰੀ ਸੰਪਰਦਾ ਨੇ ਇਸ ਨੂੰ ਬਿਲਕੁਲ ਸ਼ਾਬਦਿਕ ਯਾਨੀ ਲਿਟਰਲ ਲਿਆ ਅਤੇ ਗੁਰੂ ਸਾਹਿਬ ਦੀ ਸਰੀਰਕ ਵਾਪਸੀ ਦੀ ਉਮੀਦ ਰੱਖੀ। ਤੇ ਫਿਰ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਤਾਂ ਉਸ ਵੇਲੇ ਕਿਹਾ ਗਿਆ ਕਿ ਇਹ ਭਵਿੱਖਬਾਣੀ ਤਾਂ ਪੂਰੀ ਹੋ ਗਈ ਹੈ ਤਾਂ ਕਿ ਸਿੱਖ ਸਾਮਰਾਜ ਨੂੰ ਇੱਕ ਤਰ੍ਹਾਂ ਦੀ ਸਿਆਸੀ ਮਾਨਤਾ ਮਿਲ ਸਕੇ। ਸੋਚੋ ਕਿਵੇਂ ਇੱਕੋ ਲਿਖਤ ਨੂੰ ਵੱਖ-ਵੱਖ ਸਮਿਆਂ ਤੇ ਵੱਖ-ਵੱਖ ਤਰੀਕਿਆਂ ਨਾਲ ਵਰਤਿਆ ਗਿਆ। ਤਾਂ ਫਿਰ ਇਹ ਵੱਖ-ਵੱਖ ਰੂਪ ਬਣੇ ਕਿਉਂ? ਇਸ ਦੇ ਕਈ ਕਾਰਨ ਸਨ। ਜਿਵੇਂ-ਜਿਵੇਂ ਨਵੀਆਂ ਇਤਿਹਾਸਿਕ ਚੁਣੌਤੀਆਂ ਆਈਆਂ, ਇਸ ਗ੍ਰੰਥ ਨੂੰ ਉਸ ਦੇ ਹਿਸਾਬ ਨਾਲ ਢਾਲਿਆ ਗਿਆ। ਭਵਿੱਖਬਾਣੀ ਦੀਆਂ ਵਿਆਖਿਆਵਾਂ ਵੱਖ-ਵੱਖ ਲੋਕਾਂ ਨੇ ਵੱਖ-ਵੱਖ ਕੀਤੀਆਂ। ਕੁਝ ਖਾਸ ਸਿੱਖ ਸੰਪਰਦਾਵਾਂ ਨੇ ਇਸ ਤੇ ਆਪਣਾ ਪ੍ਰਭਾਵ ਪਾਇਆ। ਤੇ ਕਿਉਂਕਿ ਇਹ ਪਹਿਲਾਂ ਮੌਖਿਕ ਰੂਪ ਵਿੱਚ ਚੱਲਦਾ ਰਿਹਾ, ਇਸ ਲਈ ਵੀ ਕਈ ਬਦਲਾਅ ਆ ਗਏ। ਇੱਕ ਤਰ੍ਹਾਂ ਨਾਲ ਇਹ ਇੱਕ ਜਿਉਂਦਾ ਜਾਗਦਾ ਗ੍ਰੰਥ ਸੀ ਜੋ ਸਮੇਂ ਦੇ ਨਾਲ-ਨਾਲ ਬਦਲਦਾ ਰਿਹਾ। ਤੇ ਆਖਿਰ ਵਿੱਚ ਗੱਲ ਕਰਦੇ ਹਾਂ ਇਸ ਦੀ ਵਿਰਾਸਤ ਦੀ, ਜੋ ਅੱਜ ਵੀ ਸਾਡੇ ਨਾਲ ਹੈ। ਅੱਜ ਦੇ ਸਮੇਂ ਵਿੱਚ 100 ਸਾਖੀ ਦੀ ਭੂਮਿਕਾ ਦੋਹਰੀ ਹੈ।
ਇੱਕ ਪਾਸੇ ਤਾਂ ਇਹ ਇੱਕ ਅਹਿਮ ਇਤਿਹਾਸਿਕ ਦਸਤਾਵੇਜ਼ ਹੈ ਜੋ ਸਾਨੂੰ ਉਸ ਔਖੇ ਦੌਰ ਬਾਰੇ ਦੱਸਦਾ ਹੈ, ਤੇ ਦੂਜੇ ਪਾਸੇ ਇਹ ਅੱਜ ਵੀ ਵਿਸ਼ਵਾਸ ਅਤੇ ਪ੍ਰੇਰਣਾ ਦਾ ਇੱਕ ਵੱਡਾ ਪ੍ਰਤੀਕ ਹੈ। ਜਿਵੇਂ ਇਹ ਕਿਹਾ ਜਾਂਦਾ ਹੈ, ਇਸ ਦੀਆਂ ਕੁਰਬਾਨੀ, ਬਹਾਦਰੀ ਅਤੇ ਅਧਿਆਤਮਿਕ ਮਾਰਗਦਰਸ਼ਨ ਦੀਆਂ ਕਹਾਣੀਆਂ ਸਿੱਖਾਂ ਨੂੰ ਅੱਜ ਵੀ ਪ੍ਰੇਰਿਤ ਕਰਦੀਆਂ ਰਹਿੰਦੀਆਂ ਹਨ, ਤੇ ਇਹੀ ਇਸ ਦੀ ਅਸਲ ਤਾਕਤ ਹੈ। ਇਹ ਸਿੱਖਾਂ ਦੇ ਜਜ਼ਬੇ ਅਤੇ ਪਹਿਚਾਣ ਦਾ ਇੱਕ ਜਿਉਂਦਾ ਜਾਗਦਾ ਸਬੂਤ ਹੈ। ਤਾਂ ਇਹ ਸਾਰੀ ਗੱਲਬਾਤ ਸਾਨੂੰ ਇੱਕ ਬਹੁਤ ਵੱਡੇ ਸਵਾਲ ਤੇ ਲਿਆ ਕੇ ਛੱਡਦੀ ਹੈ। ਜਿਹੜੀਆਂ ਕਹਾਣੀਆਂ ਲੋਕ ਆਪਣੇ ਆਪ ਨੂੰ ਸੁਣਾਉਂਦੇ ਹਨ, ਉਹ ਉਹਨਾਂ ਦੀ ਪਹਿਚਾਣ, ਉਹਨਾਂ ਦੇ ਭਵਿੱਖ ਨੂੰ ਕਿਵੇਂ ਆਕਾਰ ਦਿੰਦੀਆਂ ਹਨ? 100 ਸਾਖੀ ਸਿਰਫ ਇੱਕ ਗ੍ਰੰਥ ਨਹੀਂ, ਇਹ ਇਸ ਗੱਲ ਦਾ ਸਬੂਤ ਹੈ ਕਿ ਕਹਾਣੀਆਂ ਵਿੱਚ ਕਿੰਨੀ ਤਾਕਤ ਹੁੰਦੀ ਹੈ, ਖਾਸ ਕਰਕੇ ਜਦੋਂ ਹਾਲਾਤ ਸਭ ਤੋਂ ਔਖੇ ਹੋਣ।